ਹੈਲੋ, ਕੀ ਹਾਲ ਚਾਲ। ਆਈ ਹੋਪ ਤੁਸੀਂ ਸਭ ਠੀਕ ਹੋਵੋਗੇ। ਅੱਜ ਦੀ ਇਸ ਵੀਡੀਓ ਦਾ ਮੇਨ ਮੋਟਿਵ ਹੈ ਕਿ ਆਇਲਸ ਬਾਰੇ ਤੁਹਾਨੂੰ ਜਿੰਨਾ ਵੱਧ ਤੋਂ ਵੱਧ ਮੈਂ ਫੈਮਲੀਅਰ ਕਰ ਸਕਾਂ ਉਹ ਮੈਂ ਕਰਾਂਗਾ। ਠੀਕ ਹੈ। ਨਾਓ ਦ ਫਰਸਟ ਥਿੰਗ ਦੈਟ ਕਮਸ ਇਨ ਆਰ ਮਾਈਂਡ ਵੈਨ ਵੀ ਲੁੱਕ ਐਟ ਦ ਥਿੰਗਸ ਦੈਟ ਇਜ਼ ਕਿ ਆਇਲਸ ਬੇਸਿਕਲੀ ਹੈ ਕੀ ਆ, ਵਟ ਇਜ਼ ਆਇਲਸ। ਠੀਕ ਹੈ। ਸੋ ਇਸ ਚੀਜ਼ ਨੂੰ ਜਸਟ ਆਪਾਂ ਪਹਿਲਾਂ ਤਾਂ ਐਲੈਬੋਰੇਟ ਕਰਾਂਗੇ ਧਿਆਨ ਦੇ ਨਾਲ ਐਂਡ ਇਹਨੂੰ ਸਮਝਾਂਗੇ ਆਇਲਸ ਹੈ ਕੀ ਹੈ, ਇਹ ਕਿੱਥੇ ਯੂਜ਼ ਹੁੰਦਾ ਆ, ਇਹਨੂੰ ਕੌਣ ਦੇ ਸਕਦਾ ਆ। ਠੀਕ ਹੈ। ਨਾਓ ਜਸਟ ਪਲੀਜ਼ ਲੁੱਕ ਐਟ ਦਿਸ ਕਿ ਆਇਲਸ ਦੀ ਫੁੱਲ ਫਾਰਮ ਹੈਗੀ ਆ ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ, ਦੈਟ ਇਜ਼ ਵਟ ਮੇਕਸ ਇਟ IELTS। ਠੀਕ ਹੈ। ਨਾਓ ਇਹ ਇੱਕ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਟੈਸਟ ਹੈ ਜਿਹੜਾ ਕਿ ਇਫ ਅ ਸਟੂਡੈਂਟ ਵਾਂਟਸ ਟੂ ਗੋ ਫॉर द ਹਾਇਰ ਐਜੂਕੇਸ਼ਨ ਜਾਂ ਫਿਰ ਕੋਈ ਵਰਕਰ ਜਾਂ ਕੋਈ ਵੀ ਇੱਕ ਨॉर्मल इंडिविजुअल ਜਾਂ ਉਹ ਮਾਈਗ੍ਰੇਟ ਕਰਨਾ ਚਾਹੁੰਦਾ ਆ ਟੂ ਸਮ ਕਾਈਂਡ ਆਫ ਕੰਟਰੀ। ਸੋ ਬੇਸਿਕਲੀ ਉਹਦੇ ਲਈ ਆਇਲਸ ਇੱਕ ਪੇਪਰ ਹੈ ਜਿਹੜਾ ਕਿ ਦੇ ਗਿਵ ਦੈਟ। ਆਲਰਾਈਟ, ਹੁਣ ਇਹ ਇੰਪੋਰਟੈਂਟ ਕਿਉਂ ਆ, ਵਾਈ ਦਿਸ ਆਇਲਸ ਹੈਜ਼ ਬਿਕਮ ਸੋ ਇੰਪੋਰਟੈਂਟ। ਇਸ ਚੀਜ਼ ਨੂੰ ਥੋੜਾ ਧਿਆਨ ਨਾਲ ਸਮਝਦੇ ਹਾਂ। ਦੈਟ ਬੇਸਿਕਲੀ ਗੱਲ ਕੀ ਰਿਹਾ ਹੈ ਕਿ ਜਿਹੜਾ ਇੱਕ ਇੰਗਲਿਸ਼ ਪ੍ਰੋਫੀਸ਼ੀਐਂਸੀ ਟੈਸਟ ਹੈ ਨਾ, ਦੈਟ ਇਜ਼ ਬੇਸਿਕਲੀ certified by various organizations all around the world। कोई भी कॉलेज है, कोई भी गवर्नमेंट एजेंसी है, वो आयल्स का जो एक प्रोफिशिएंसी टेस्ट है उन्होंने ही एक प्रॉपर उन्होंने सर्टिफाई कर देता है कि अगर लेट्स से इफ यू वांट टू शो योर और यू वांट टू इवेल्युएट योर इंग्लिश किन्नी तुहाडी वो ते पकड़ है इंग्लिश लैंग्वेज ते, तो बेसिकली यू आर सपोज टू गिव दैट पेपर। नाउ ਇਹਦੇ ਵਿੱਚ ਧਿਆਨ ਨਾਲ ਦੇਖੋ that more than 11,000 organizations, ठीक है, 11,000 ऑर्गेनाइजेशंस ने ग्लोबली ਇਹਨੂੰ ਰੈਕਗਨਾਈਜ਼ ਕੀਤਾ। ਨਾਓ ਦਿਸ ਡਾਟਾ ਆਈ ਹੈਵ ਟੇਕਨ ਫਰਮ ਦ ਸਾਈਟ ਆਫ ਬ੍ਰਿਟਿਸ਼ ਕਾਉਂਸਲ। ਠੀਕ ਹੈ। ਸੋ ਤੁਸੀਂ ਉੱਥੇ ਜਾ ਕੇ ਵੀ ਇਹਨੂੰ ਚੈੱਕ ਕਰ ਸਕਦੇ ਹੋ। ਠੀਕ ਹੈ। ਨਾਓ ਬੇਸਿਕਲੀ ਕਰਦਾ ਕੀ ਹੈ, ਇਟ ਮੇਕਸ ਯੂ ਕੌਨਫੀਡੈਂਟ ਜਸਟ ਬਿਕੋਜ਼ ਕਿ ਇਹ ਰੈਕਗਨਾਈਜ਼ ਕੀਤਾ ਗਿਆ ਬਾਈ ਐਜੂਕੇਸ਼ਨ ਇੰਸਟੀਟਿਊਸ਼ਨਸ, ਕੋਈ ਵੀ, ਚਾਹੇ ਕੈਨੇਡਾ ਦਾ ਕਾਲਜ ਹੋਵੇ, ਚਾਹੇ ਅਮਰੀਕਾ ਦਾ ਕਾਲਜ ਹੋਵੇ, ਚਾਹੇ UK ਹੋਵੇ, ਚਾਹੇ ਆਸਟ੍ਰੇਲੀਆ ਹੋਵੇ। more than 80% of the colleges they just recognize it। now that means ਕਿ ਤੁਸੀਂ ਆਇਲਸ ਦਾ ਪੇਪਰ ਦਿਓ ਐਂਡ ਤੁਹਾਡਾ ਕਦੀ ਵੀ ਤੁਹਾਨੂੰ ਇਹ ਡਾਊਟ ਨਹੀਂ ਹੋਏਗਾ ਕਿ ਤੁਹਾਡੀ ਇੰਗਲਿਸ਼ ਦੀ ਪ੍ਰੋਫੀਸ਼ੀਐਂਸੀ ਦਾ ਜਿਹੜਾ ਇੱਕ ਲੈਵਲ ਹੈ, ਦੇ ਵਿਲ ਨਾਟ ਜੱਜ ਥਰੂ ਆਇਲਸ। ਠੀਕ ਹੈ। ਨਾਓ ਬੇਸਿਕਲੀ ਇਹਨੂੰ ਧਿਆਨ ਨਾਲ ਦੇਖੋ ਕਿ ਇਹ ਇੱਕ ਜਿਹੜਾ ਟੈਸਟ ਹੈ ਇਹ 30 years ago 30 ਸਾਲ ਪਹਿਲਾਂ ਹੀ ਇਹਨਾਂ ਨੇ ਦੇ ਡਿਵੈਲਪਡ ਇਟ। ਠੀਕ ਹੈ। ਐਂਡ ਇਹਦੇ ਵਿੱਚ ਕੀ ਹੈ, ਜਸਟ ਓਬਜ਼ਰਵ ਕਰ ਦੋ ਕਿ ਇਹਦੇ ਵਿੱਚ ਜਿਹੜੇ ਆਸਟ੍ਰੇਲੀਆ ਦੀ ਗਵਰਨਮੈਂਟ ਹੈ, ਕੈਨੇਡਾ ਦੀ ਗਵਰਨਮੈਂਟ ਹੈ, ਨਿਊਜ਼ੀਲੈਂਡ ਦੀ ਗਵਰਨਮੈਂਟ ਹੈ, ਈਵਨ UK ਦੀ ਗਵਰਨਮੈਂਟ ਹੈ, ਜਿਵੇਂ ਮੈਂ ਪਹਿਲਾਂ ਦੱਸ ਚੁੱਕਾ, ਦੇ ਆਲ ਯੂਜ਼ IELTS ਟੂ ਪ੍ਰੋਸੈਸ ਦੇਅਰ ਐਪਲੀਕੇਸ਼ਨਸ। ਸਾਰੇ ਜਿੰਨੇ ਵੀ ਤੁਹਾਡੇ ਵੈਸਟਰਨ ਨੇਸ਼ਨਸ ਨੇ ਜਾਂ ਡਿਵੈਲਪਡ ਨੇਸ਼ਨਸ ਨੇ, ਦੇ ਆਲ ਯੂਜ਼ IELTS ਸਰਟੀਫਿਕੇਟਸ ਫॉर दैट। ਠੀਕ ਹੈ। ਨਾਓ ਹੁਣ ਆਇਲਸ ਦਾ ਪੇਪਰ ਜਿਹੜਾ ਆ ਬੇਸਿਕਲੀ ਇਹਦੇ ਬਾਰੇ ਗੱਲ ਕਰਦੇ ਹਾਂ। ਇਹ ਪੇਪਰ ਹੁੰਦਾ ਕਿੰਨੇ ਤਰ੍ਹਾਂ ਦਾ। ਇਹ ਪੇਪਰ ਬੇਸਿਕਲੀ ਅਗਰ ਇਸ ਢੰਗ ਨਾਲ ਲਈਏ, ਇਹ ਪੇਪਰ ਦੋ ਤਰ੍ਹਾਂ ਦਾ ਹੀ ਉਹਨਾਂ ਨੇ ਕੈਟੇਗਰਾਈਜ਼ ਕੀਤਾ ਗਿਆ। ਵਨ ਇਜ਼ ਯੂਰ ਆਇਲਸ ਅਕੈਡਮਿਕ ਪੇਪਰ। ਠੀਕ ਹੈ। ਵਿਚ ਅ ਪਰਸਨ ਗਿਵਸ ਇਫ ਹੀ ਵਾਂਟਸ ਟੂ ਸਟੱਡੀ ਫਰਦਰ ਇਨ ਅਨਦਰ ਕੰਟਰੀ। ਫॉर एग्जांपल ਬੱਚੇ ਨੇ 12ਵੀਂ ਕੀਤੀ ਹੈ, ਠੀਕ ਹੈ, ਉਹ ਅਕੈਡਮਿਕ ਦਾ ਪੇਪਰ ਦੇਗਾ। ਬੱਚੇ ਨੇ ਗ੍ਰੈਜੂਏਸ਼ਨ ਕੀਤੀ ਹੈ, ਉਹ ਅਕੈਡਮਿਕ ਦਾ ਪੇਪਰ ਦੇਗਾ। ਬੱਚੇ ਨੇ ਪੋਸਟ ਗ੍ਰੈਡ ਕੀਤਾ ਹੈ, ਉਹ ਅਕੈਡਮਿਕ ਦਾ ਪੇਪਰ ਦੇਗਾ ਅਗਰ ਉਹਨੇ ਕਿਤੇ ਅੱਗੇ ਕਾਲਜ ਫਰਦਰ ਸਟੱਡੀ ਕਰਨੀ ਹੈ। ਸੋ ਦੈਟ ਇਜ਼ ਵਟ ਦੇ ਕਾਲ ਆਇਲਸ ਅਕੈਡਮਿਕ। ਇਹਦਾ ਬੇਸਿਕ ਮੋਟਿਵ ਕੀ ਆ, ਉਹ ਹੈਗਾ ਕਿ ਜਸਟ ਟੂ ਮੈਜਰ ਕਰਦੇ ਨੇ ਤੁਹਾਡਾ ਲੈਵਲ ਆਫ ਇੰਗਲਿਸ਼ ਦਾ ਵਿਚ ਕੈਨ ਬੀ ਸੂਟੇਬਲ ਫॉर ਐਨ ਅਕੈਡਮਿਕ ਐਨਵਾਇਰਨਮੈਂਟ। ਹੁਣ ਕਾਲਜ ਵਿੱਚ ਪੜ੍ਹਨਾ ਹੈ, ਟੀਚਰ ਨੇ ਤੁਹਾਨੂੰ ਪੜ੍ਹਾਉਣਾ ਆ, ਯੂ ਆਰ ਸਟੈਂਡਿੰਗ ਔਨ ਦ ਬੱਸ ਸਟੈਂਡ, ਤੁਹਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਬੱਸ ਨੇ ਜਾਣਾ ਕਿੱਧਰ ਹੈ, ਤੁਸੀਂ ਇੰਸਟਰਕਸ਼ਨਸ ਪੜ੍ਹਨੀਆਂ ਨੇ। ਠੀਕ ਹੈ। ਬੁਕਿਸ਼ ਲੈਂਗੁਏਜ ਪੜ੍ਹਨੀ ਹੈ। ਸੋ ਇਨ ਦੈਟ ਵੇ ਦੇ ਜਸਟ ਗਿਵ ਦੈਟ ਕਾਈਂਡ ਆਫ ਇਨਫੋਰਮੇਸ਼ਨ ਕਿ ਹਾਂ ਬੱਚਾ ਜਿਹੜਾ ਹੈਗਾ ਆ, ਹੀ ਇਜ਼ ਵੈਲ ਵਰਸਡ ਵਿਦ ਦ ਅਕੈਡਮਿਕ ਪਾਰਟ ਆਫ ਦ ਇੰਗਲਿਸ਼, ਉਹ ਅਕੈਡਮਿਕਲੀ ਠੀਕ ਹੈ, ਬੱਚਾ ਪੜ੍ਹ ਸਕਦਾ ਹੈ। ਠੀਕ ਹੈ। ਨਾਓ ਬੇਸਿਕਲੀ ਕੀ ਹੈ, ਇਹ ਰਿਫਲੈਕਟ ਕਰਦਾ ਹੈ ਆਸਪੈਕਟਸ ਨੂੰ ਜਿਹਦੇ ਵਿੱਚ ਬੰਦਾ ਇਹ ਕਹਿ ਸਕਦਾ ਕਿ ਉਹ ਰੈਡੀ ਹੈ ਸੋ ਦੈਟ ਦੇ ਕੈਨ ਬਿਗਿਨ ਦੇ ਟ੍ਰੇਨਿੰਗ ਐਂਡ ਈਵਨ ਸਟੱਡੀਜ਼ ਐਜ਼ ਵੈਲ। ਸੋ ਇਸ ਤੋਂ ਬਾਅਦ ਜਿਹੜਾ ਸੈਕੰਡ ਕਾਈਂਡ ਆਫ ਟੈਸਟ ਹੈ ਜਿਹੜਾ ਕਿ ਬੱਚੇ ਦਿੰਦੇ ਆ, ਨਾਟ ਬੱਚੇ, ਦ ਇੰਡੀਵਿਜੂਅਲਸ ਦੈਟ ਗਿਵ, ਦੈਟ ਇਜ਼ ਕਾਲਡ ਆਇਲਸ ਜਰਨਲ ਟ੍ਰੇਨਿੰਗ। ਆਇਲਸ ਜਰਨਲ ਟ੍ਰੇਨਿੰਗ ਪੇਪਰ ਕਹਿੰਦੇ ਇਹਨੂੰ। ਆਇਲਸ ਜਰਨਲ ਟ੍ਰੇਨਿੰਗ ਪੇਪਰ ਉਹਨਾਂ ਬੱਚਿਆਂ ਲਈ ਹੁੰਦਾ ਆ, ਮੇਰੇ ਫੋਨ ਚੋਂ ਫਿਰ ਬੱਚੇ ਨਿਕਲ ਰਿਹਾ, ਉਹਨਾਂ ਇੰਡੀਵਿਜੂਅਲਸ ਲਈ ਹੁੰਦਾ ਆ ਜਿਹੜੇ ਇੰਡੀਵਿਜੂਅਲਸ ਨੇ ਡਾਇਰੈਕਟਲੀ ਮਾਈਗ੍ਰੇਟ ਕਰਨਾ ਹੈ। It can be on work visas also, it can be on direct PR also। ठीक है।
ਵਿਜ਼ਿਟਰਸ ਨੂੰ ਮਾਈਂਡ ਯੂ ਵਿਜ਼ਟਰ ਵੀਜ਼ਾ ਲਈ ਕੋਈ ਆਇਲਸ ਦੀ ਰਿਕੁਆਇਰਮੈਂਟ ਨਹੀਂ ਹੁੰਦੀ, ਠੀਕ ਹੈ, ਵਿਚ ਵੀਲ ਬੀ ਸ਼ੇਅਰਿੰਗ ਇਨ ਦ ਫਰਦਰ ਵੀਡੀਓਜ਼ ਐਜ਼ ਵੈਲ, ਉਹਦੇ ਕੀ ਕ੍ਰੈਡੈਂਸ਼ੀਅਲਸ ਐਂਡ ਕੀ ਕੁਛ ਚਾਹੀਦਾ ਆ। ਬਟ ਇਨ ਦਿਸ ਵੀਡੀਓ ਇਹਨੂੰ ਧਿਆਨ ਨਾਲ ਸਮਝੋ ਕਿ ਅਗਰ ਬੱਚੇ ਨੇ 12ਵੀਂ ਕੀਤੀ ਹੈ ਜਾਂ +2 ਕੀਤੀ ਜਾਂ ਮਤਲਬ ਗ੍ਰੈਜੂਏਸ਼ਨ ਕੀਤੀ ਹੈ ਜਾਂ ਪੋਸਟ ਗ੍ਰੈਡ ਕੀਤਾ ਆ, ਹੀ ਇਜ਼ ਐਲੀਜੀਬਲ ਫॉर ਸਟੱਡਿੰਗ ਫਰਦਰ ਐਂਡ ਉਹਨੂੰ ਫਿਰ ਅਕੈਡਮਿਕ ਦਾ ਪੇਪਰ ਦੇਣਾ ਪੈਣਾ। ਬਟ ਅਗਰ ਕੋਈ ਵੀ ਇੰਡੀਵਿਜੂਅਲ ਹੈ ਉਹਨੇ ਸਟੱਡੀਜ਼ ਤੋਂ ਇਲਾਵਾ ਕਿਸੇ ਹੋਰ ਵੀਜ਼ਾ ਤੇ, ਚਾਹੇ ਵਰਕ ਪਰਮਿਟ ਹੈ ਚਾਹੇ ਡਾਇਰੈਕਟ PR ਹੈ, ਉਹਨੇ ਜਾਣਾ ਹੈ, ਦੈਨ ਉਹ ਬੰਦਾ ਜਿਹੜਾ ਆ ਆਇਲਸ ਜਰਨਲ ਦਾ ਪੇਪਰ ਦਿੰਦਾ ਹੈ। ਬੇਸਿਕਲੀ 777-8 ਇਜ਼ ਅ ਡਿਜ਼ਾਇਰਡ ਬੈਂਡ ਜੋ ਕਿ ਡਾਇਰੈਕਟ PR ਲਈ ਰਿਕੁਆਇਰਡ ਹੁੰਦੇ ਆ, ਇੱਕ ਨਾਰਮਲ ਐਕਸਪ੍ਰੈਸ ਐਂਟਰੀ ਲਾਉਣ ਲਈ ਕੈਨੇਡਾ ਵਿੱਚ। ਬਟ ਅਗਰ ਉਹ ਤੋਂ ਬੈਂਡ ਘੱਟ ਵੀ ਚੱਲਦੇ ਦੈਨ ਯੂ ਕੈਨ ਅਪਲਾਈ ਐਜ਼ ਪਰ ਯੂਰ ਪ੍ਰੋਫਾਈਲ, ਠੀਕ ਹੈ। ਸੋ ਬੇਸਿਕਲੀ ਆਇਲਸ ਜਰਨਲ ਟ੍ਰੇਨਿੰਗ ਦਾ ਪੇਪਰ ਉੱਥੇ ਕੰਮ ਆਉਂਦਾ ਆ। ਇਹਨਾਂ ਦੋਨੋਂ ਪੇਪਰਸ ਦੇ ਵਿੱਚ ਜੋ ਡਿਫਰੈਂਸ ਹੈ ਵਿਲ ਬੀ ਡੂਇੰਗ ਇਨ ਦ ਫਰਦਰ ਵੀਡੀਓਜ਼, ਥੋੜਾ ਜਿਹਾ ਮੈਂ ਇੱਥੇ ਐਲੈਬੋਰੇਟ ਕਰੂੰਗਾ, ਬਟ ਇਹਨੂੰ ਪਹਿਲਾਂ ਦੇਖ ਲਈਏ ਕਿ ਆਇਲਸ ਜਰਨਲ ਟ੍ਰੇਨਿੰਗ ਵਿੱਚ ਹੁੰਦਾ ਕੀ ਹੈ। ਸੋ ਬੇਸਿਕਲੀ ਇੰਗਲਿਸ਼ ਪ੍ਰੋਫੀਸ਼ੀਐਂਸੀ ਇਨ ਅ ਪ੍ਰੈਕਟੀਕਲ ਐਵਰੀਡੇ ਕੰਟੈਕਸਟ। ਜਿਹੜਾ ਅਕੈਡਮਿਕ ਹੈ ਉਸ ਵਿੱਚ ਅਕੈਡਮਿਕ ਜੋ ਬੁਕਿਸ਼ ਲੈਂਗੁਏਜ ਹੈ, ਠੀਕ ਹੈ, ਉਸ ਦੀ ਪ੍ਰੋਫੀਸ਼ੀਐਂਸੀ ਉਹ ਚੈੱਕ ਕਰਦੇ ਨੇ। ਜੋ ਤੁਹਾਡੀ ਕਾਲਜ ਵਿੱਚ, ਤੁਹਾਡੀ ਯੂਨੀਵਰਸਿਟੀ ਵਿੱਚ, ਤੁਹਾਡੀ ਬੁੱਕਸ ਵਿੱਚ ਜੋ ਯੂਜ਼ ਹੋਣੀ ਹੈ ਡਿਊਰਿੰਗ ਦ ਟ੍ਰੇਨਿੰਗ ਪਾਰਟ, ਉਹ ਜਿਹੜੀ ਲੈਂਗੁਏਜ ਹੈ ਦੈਟ ਦੇ ਅਸੈਸ ਥਰੂ ਆਇਲਸ ਅਕੈਡਮਿਕ। ਜਿਹੜੀ ਆਇਲਸ ਜਰਨਲ ਟ੍ਰੇਨਿੰਗ ਹੈ ਉਹਦੇ ਵਿੱਚ ਜੋ ਪ੍ਰੈਕਟੀਕਲ ਇੱਕ ਨੌਲੇਜ ਹੁੰਦੀ ਹੈ ਇੰਗਲਿਸ਼ ਦੀ, ਜੋ ਪ੍ਰੈਕਟੀਕਲ ਡੇਲੀ ਯੂਜ਼ੇਜ ਤੁਹਾਡੀ ਇੰਗਲਿਸ਼ ਦਾ ਹੈਗਾ, ਦੈਟ ਵਿਲ ਬੀ ਫੋਕਸਡ, ਠੀਕ ਹੈ। ਸੋ ਜੋ ਤੁਹਾਡੀ ਵਰਕ ਪਲੇਸ 'ਤੇ ਯੂਜ਼ ਹੁੰਦੀ ਹੈ ਐਂਡ ਈਵਨ ਇਨ ਸਮ ਕਾਈਂਡ ਆਫ ਸੋਸ਼ਲ ਸਿਚੁਏਸ਼ਨ, ਕਿ ਲੈਟਸ ਸੇ ਤੁਸੀਂ ਮਾਰਕੀਟ ਵਿੱਚ ਕਿਸੇ ਨੂੰ ਕੋਈ ਗੱਲਬਾਤ ਪੁੱਛਣੀ ਹੈ, ਸੋ ਦੈਟ ਕਾਈਂਡ ਆਫ ਇੰਗਲਿਸ਼ ਦੈਟ ਇਜ਼ ਅਸੈਸਡ ਥਰੂ ਆਇਲਸ ਜਰਨਲ ਟ੍ਰੇਨਿੰਗ। ਇਸ ਤੋਂ ਇਲਾਵਾ ਇੱਕ ਹੋਰ ਪੇਪਰ ਡਿਵੈਲਪ ਕੀਤਾ ਗਿਆ ਦੈਟਸ ਕਾਲਡ UKVI, ਜਾਂ ਇਹਨੂੰ ਕਹਿੰਦੇ ਆ ਲਾਈਫ ਸਕਿੱਲਸ ਟੈਸਟ। ਇਹ ਬੇਸਿਕਲੀ ਇਹਦੇ ਕੋਈ ਬੈਂਡ ਸਕੋਰ ਨਹੀਂ ਲੱਗਦਾ, ਪਰ ਬੇਸਿਕਲੀ ਇਹਦਾ ਜਸਟ ਇਹ ਹੁੰਦਾ ਕਿ ਬੰਦੇ ਨੇ ਪਾਸ ਕੀਤਾ ਹੈ, ਬੰਦਾ ਜਾਂ ਫੇਲ ਹੋਇਆ। ਇਹ ਯੂਜ਼ ਹੁੰਦਾ ਹੈ ਅਗਰ ਕਿਸੇ ਨੇ UK ਵੀਜ਼ਾ ਐਪਲੀਕੇਸ਼ਨ ਲਾਉਣੀ ਹੈ ਫॉर ਵਰਕ, ਸਿਰਫ UK ਲਈ। ਜਿਵੇਂ ਫॉर ਐਗਜ਼ਾਮਪਲ ਆਇਲਸ ਜਰਨਲ ਦਾ ਐਂਡ ਆਇਲਸ ਅਕੈਡਮਿਕ ਦਾ, ਯੂ ਕੈਨ ਯੂਜ਼ ਇਟ ਆਲ ਅਰਾਊਂਡ ਦ ਵਰਲਡ, ਤੁਸੀਂ ਕਿਤੇ ਵੀ ਯੂਜ਼ ਕਰ ਸਕਦੇ ਹੋ, ਠੀਕ ਹੈ। ਬਟ ਜਿਹੜਾ ਤੁਹਾਡਾ ਆਇਲਸ ਦਾ ਜਿਹੜਾ UKVI ਟੈਸਟ ਹੈ, ਦੈਟ ਯੂ ਕੈਨ ਓਨਲੀ ਯੂਜ਼ ਇਫ ਯੂ ਆਰ ਗੋਇੰਗ ਫॉर ਅ ਵਰਕ ਪਰਮਿਟ ਔਰ ਤੁਸੀਂ ਕੋਈ ਹੋਰ ਕਿਸੇ ਢੰਗ ਨਾਲ ਜਾ ਰਹੇ ਹੋ, ਬਟ ਇਨ ਕੇਸ ਆਫ ਓਨਲੀ UK ਓਨਲੀ, ਯੂਨਾਈਟਿਡ ਕਿੰਗਡਮ। ਉਸ ਤੋਂ ਇਲਾਵਾ ਇਹ ਕਿਤੇ ਨਹੀਂ ਯੂਜ਼ ਹੋਏਗਾ। ਸੋ ਇਹਨੂੰ ਥੋੜਾ ਜਿਹਾ ਧਿਆਨ ਨਾਲ ਦੇਖਿਓ। ਅੱਛਾ, ਹੁਣ ਆਇਲਸ ਦੇ ਪੇਪਰ ਦੇ ਵਿੱਚ ਆਉਂਦਾ ਕੀ ਹੈ ਜਾਂ ਹਾਊ ਡਜ਼ ਇਟ ਆਲ ਵਰਕ। ਬੇਸਿਕਲੀ ਇਹਦੀ ਅਗਰ ਤੁਸੀਂ ਇਸ ਚੀਜ਼ ਨੂੰ ਸਮਝਣਾ ਹੋਵੇ, ਇੱਕ ਨਾਰਮਲ ਚੀਜ਼ ਨੂੰ ਸਮਝੋ ਦੈਟ ਦੇ ਵਿਲ ਬੀ ਅਸੈਸਿੰਗ ਯੂਰ ਫੁੱਲ ਰੇਂਜ ਆਫ ਇੰਗਲਿਸ਼ ਸਕਿੱਲਸ ਜੋ ਕਿ ਤੁਹਾਨੂੰ ਚਾਹੀਦੀ ਹੈ, ਸੋ ਦੈਟ ਯੂ ਕੈਨ ਹੈਵ ਸਕਸੈਸ ਇਨ ਯੂਰ ਨਿਊ ਜੌਬ, ਜਾਂ ਕੋਈ ਨਾ ਕੋਈ ਸਟੱਡੀ ਪਲੇਸਮੈਂਟ ਤੁਹਾਡੀ ਹੋਵੇ ਤੇ ਉਸ ਵਿੱਚ ਤੁਹਾਡੇ ਕੰਮ ਆ ਸਕਦਾ। ਸੋ ਦੇ ਵਿਲ ਬੀ ਜਸਟ ਲੁਕਿੰਗ ਐਟ ਕਿ ਤੁਹਾਡਾ ਇੱਕ ਲਿਸਨਿੰਗ ਦਾ ਪੇਪਰ ਹੋਏਗਾ, ਇੱਕ ਤੁਹਾਡਾ ਰੀਡਿੰਗ ਦਾ ਪੇਪਰ ਹੋਏਗਾ, ਇੱਕ ਤੁਹਾਡਾ ਰਾਈਟਿੰਗ ਦਾ ਪੇਪਰ ਹੋਏਗਾ ਐਂਡ ਇੱਕ ਤੁਹਾਡਾ ਸਪੀਕਿੰਗ ਦਾ ਪੇਪਰ ਹੋਏਗਾ। 4 ਪੇਪਰ ਟੋਟਲ ਹੋਣਗੇ, ਠੀਕ ਹੈ। 3 ਪੇਪਰ ਇੱਕੋ ਦਿਨ ਹੁੰਦੇ ਆ, ਠੀਕ ਹੈ, ਵਿਚ ਸਟਾਰਟਸ ਫਰੋਮ ਲਿਸਨਿੰਗ ਫੋਲੋਡ ਬਾਈ ਰੀਡਿੰਗ ਐਂਡ ਦੈਨ ਐਂਡ ਵਿੱਚ ਰਾਈਟਿੰਗ ਹੁੰਦੀ ਹੈ। ਸਪੀਕਿੰਗ ਦਾ ਪੇਪਰ ਕਿਸੇ ਹੋਰ ਦਿਨ ਹੁੰਦਾ, ਉਹ ਮੇਨ ਪੇਪਰ ਤੋਂ ਪਹਿਲਾਂ ਵੀ ਹੋ ਸਕਦਾ, ਉਹ ਬਾਅਦ ਵਿੱਚ ਵੀ ਹੋ ਸਕਦਾ ਇਨ ਇੰਡੀਅਨ ਕੰਟੈਕਸਟ, ਠੀਕ ਹੈ। ਸੋ ਉਹਨਾਂ ਨੇ 4 ਢੰਗ ਦੇ ਨਾਲ ਤੁਹਾਡੀ ਇੰਗਲਿਸ਼ ਨੂੰ ਉਹਨਾਂ ਨੇ ਇਵੈਲੂਏਟ ਕਰਨਾ ਐਂਡ ਦੈਨ ਦੇ ਵਿਲ ਸਕੋਰ ਯੂ ਅਰਾਊਂਡ ਲਾਈਕ ਦੈਟ। ਹੁਣ ਇਹਨੂੰ ਜਸਟ ਓਬਜ਼ਰਵ ਕਰੋ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਆਇਲਸ ਦਾ ਪੇਪਰ 2 ਤਰ੍ਹਾਂ ਦਾ ਹੁੰਦਾ, ਅਕੈਡਮਿਕ ਐਂਡ ਜਰਨਲ। ਫਰਕ ਇਹ ਹੈ ਦੋਵਾਂ ਦੇ ਵਿੱਚ ਕਿ ਜਿਹੜਾ ਤੁਹਾਡਾ ਅਕੈਡਮਿਕ ਪੇਪਰ ਹੈ ਉਹਦੇ ਵਿੱਚ ਐਂਡ ਤੁਹਾਡਾ ਜਰਨਲ ਪੇਪਰ ਹੈ, ਉਹ ਦੋਵਾਂ ਦੀ ਰੀਡਿੰਗ ਦਾ ਐਂਡ ਰਾਈਟਿੰਗ ਦਾ, ਇਹ ਦੋਵਾਂ ਦੇ ਮੋਡਿਊਲਸ ਦਾ ਫਰਕ ਹੁੰਦਾ ਹੈ। ਦੈਟਸ ਇਟ। ਲਿਸਨਿੰਗ ਐਂਡ ਸਪੀਕਿੰਗ ਇਜ਼ ਸੇਮ, ਉਹ ਸੇਮ ਹੁੰਦੀ ਹੈ ਅਕੈਡਮਿਕ ਐਂਡ ਜਰਨਲ ਦੀ, ਬਟ ਤੁਹਾਡੀ ਰੀਡਿੰਗ ਐਂਡ ਤੁਹਾਡਾ ਰਾਈਟਿੰਗ, ਇਹਨਾਂ ਦੋਵਾਂ ਦਾ ਫਰਕ ਹੁੰਦਾ ਹੈ। ਉਹ ਤੁਸੀਂ ਜਿਹੜੀ ਚੀਜ਼ ਹੈ ਜੋ ਫਰਕ ਹੈਗਾ ਆ ਦੈਟ ਵੀ ਵਿਲ ਬੀ ਡੂਇੰਗ ਫਰਦਰ ਇਨ ਦ ਵੀਡੀਓਜ਼, ਠੀਕ ਹੈ। ਉਹਦੇ ਲਿੰਕ ਜਿਹੜੇ ਆ ਆਈ ਵਿਲ ਬੀ ਪੁਟਿੰਗ ਇਨ ਦ ਡਿਸਕ੍ਰਿਪਸ਼ਨ ਬਾਕਸ, ਤੁਸੀਂ ਉੱਥੋਂ ਜਾ ਕੇ ਉਸ ਵੀਡੀਓਜ਼ ਨੂੰ ਯੂ ਕੈਨ ਜਸਟ ਲੁੱਕ ਐਟ ਦੋਜ਼ ਵੀਡੀਓਜ਼ ਐਜ਼ ਵੈਲ। ਆਲ ਰਾਈਟ, ਜਸਟ ਓਬਜ਼ਰਵ ਕਰੋ, ਅਗਰ ਆਪਾਂ ਮਤਲਬ ਜਿਹੜੇ ਤੁਹਾਡੇ ਮੋਡਿਊਲਸ ਨੇ ਉਹਨਾਂ ਨੂੰ ਇੱਕ ਪਰਸਪੈਕਟਿਵ ਥਰੂ ਦੇਖੀਏ, ਫਰੋਮ ਦ ਪਰਸਪੈਕਟਿਵ ਆਫ ਪ੍ਰੋਡਕਟਿਵ ਮਤਲਬ ਕਹਿਣ ਦਾ ਕੀ ਹੈ ਕਿ 2 ਮੋਡਿਊਲ ਐਸੇ ਨੇ ਜਿਹਦੇ ਵਿੱਚ ਇੱਕ ਰਾਈਟਿੰਗ ਹੋਗੀ ਤੇ ਇੱਕ ਤੁਹਾਡੀ ਸਪੀਕਿੰਗ ਹੋਗੀ, ਜਿਹਦੇ ਵਿੱਚ ਯੂ ਆਰ ਸਪੋਜ਼ ਟੂ ਡਿਵੈਲਪ ਯੂਰ ਓਨ ਆਈਡੀਆਜ਼, ਠੀਕ ਹੈ। ਫੋਰ ਐਗਜ਼ਾਮਪਲ ਹੁਣ ਰਾਈਟਿੰਗ ਵਿੱਚ ਇੱਕ ਐਸੇ ਆਉਂਦਾ ਆ, ਠੀਕ ਹੈ, ਐਂਡ ਇੱਕ ਸਮ ਕਾਈਂਡ ਆਫ ਪਾਈ ਚਾਰਟ ਜਾਂ ਫਲੋ ਚਾਰਟ ਜਿਹਨੂੰ ਡਿਸਕ੍ਰਾਈਬ ਕਰਨਾ, ਉਹ ਆਉਂਦਾ ਹੈ ਇਨ ਦਾ ਅਕੈਡਮਿਕ ਪੇਪਰ। ਜਰਨਲ ਵਿੱਚ ਉਹ ਜਿਹੜਾ ਪਾਈ ਚਾਰਟ ਹੈ ਦੈਟ ਇਜ਼ ਰਿਪਲੇਸਡ ਬਾਈ ਦ ਲੈਟਰ।
ਹੁਣ ਕਹਿਣ ਦਾ ਮੋਟਿਵ ਕੀ ਆ ਕਿ ਪ੍ਰੋਡਕਟਿਵ ਇਸ ਕਰਕੇ ਕਿਹਾ ਜਾਂਦਾ ਕਿ ਤੁਹਾਡੀ ਜਿਹੜੀ ਨਾਟ ਓਨਲੀ ਲੈਟਰ ਬਟ ਜਿਹੜਾ ਤੁਹਾਡਾ ਐਸੇ ਆ ਵਿਚ ਇਜ਼ ਸਿਮਿਲਰ ਫॉर बोथ द ਪੇਪਰ, ਉਹਦੇ ਵਿੱਚ ਤੁਸੀਂ ਆਪਣਾ ਓਪੀਨੀਅਨ ਪ੍ਰੋਡਿਊਸ ਕਰਕੇ ਲਿਖਣਾ ਹੁੰਦਾ ਔਰ ਯੂ ਆਰ ਸਪੋਜ਼ ਟੂ ਪ੍ਰੋਡਿਊਸ ਆਈਡੀਆਜ਼ ਟੂ ਰਾਈਟ ਅਬਾਊਟ ਇਟ। ਠੀਕ ਹੈ, ਸੋ ਇਸ ਕਰਕੇ ਇਹਨੂੰ ਇੱਕ ਰਾਈਟਿੰਗ ਨੂੰ ਇੱਕ ਪ੍ਰੋਡਕਟਿਵ ਪੇਪਰ ਵੀ ਕਿਹਾ ਜਾਂਦਾ ਆ। ਸੈਕੰਡ ਪ੍ਰੋਡਕਟਿਵ ਪੇਪਰ ਕਿਹਾ ਜਾਂਦਾ ਆ ਤੁਹਾਡੀ ਸਪੀਕਿੰਗ ਨੂੰ। ਸਪੀਕਿੰਗ ਨੂੰ ਇਸ ਕਰਕੇ ਪ੍ਰੋਡਕਟਿਵ ਕਿਹਾ ਜਾਂਦਾ ਆ ਜਸਟ ਬਿਕੋਜ਼ ਕਿ ਜੋ ਤੁਸੀਂ ਕਿਊ ਕਾਰਡ ਡਿਵੈਲਪ ਕਰਨਾ ਆ, ਜੋ ਤੁਸੀਂ ਆਪਣੇ ਬਾਰੇ ਦੱਸਣਾ ਦੈਟ ਯੂ ਬਿਲੋਂਗ ਟੂ ਦਿਸ ਸਿਟੀ ਔਰ ਦੈਟ ਵਿਲੇਜ, ਜੋ ਵੀ ਤੁਹਾਡੇ ਇੰਟਰੋਡਕਟਰੀ ਕੁਐਸਚਨਸ ਹੁੰਦੇ ਹਨ, ਈਵਨ ਜੇ ਤੁਹਾਡੇ ਫੋਲੋ ਅਪ ਕੁਐਸਚਨਸ ਹੁੰਦੇ ਆ, ਦੋਜ਼ ਆਰ ਸਪੋਜ਼ ਟੂ ਬੀ ਪ੍ਰੋਵਾਈਡਡ ਫਰੋਮ ਯੂਰ ਓਨ ਸੈਂਸ ਆਫ ਨੌਲੇਜ। ਹੁਣ ਸੈਂਸ ਆਫ ਨੌਲੇਜ ਕੀ ਹੈ? that is basically what makes it actually a productive kind of paper। ਅੱਛਾ, ਇਸ ਤੋਂ ਬਾਅਦ ਜਿਹੜਾ ਅਗਲਾ ਹੈਗਾ ਆ that is receptive thing, receptive skills ਨੂੰ, ਜਿਹੜਾ ਬਾਕੀ ਦੋਨੋਂ ਮੋਡਿਊਲ ਬਚੇ ਆ, ਚਾਹੇ ਤੁਹਾਡਾ ਉਹ ਲਿਸਨਿੰਗ ਹੈ, ਚਾਹੇ ਤੁਹਾਡਾ ਉਹ ਰੀਡਿੰਗ ਹੈ, ਉਹ ਦੋਵਾਂ ਨੂੰ ਰਿਸੈਪਟਿਵ ਪੇਪਰਸ ਕਹਿੰਦੇ ਨੇ। now why do they call it receptive? just because ਕਿ ਦੋਵਾਂ ਪੇਪਰਸ ਦੇ ਵਿੱਚ you are not supposed to use your own sense of knowledge, ਬਟ ਜੋ ਪੇਪਰ ਦੇ ਵਿੱਚ ਦਿੱਤੀ ਹੈ, ਜੋ ਤੁਹਾਡੇ ਕੁਐਸਚਨਸ ਵਿੱਚ ਪੁੱਛਿਆ ਗਿਆ, ਜੋ ਤੁਹਾਡੇ ਰੀਡਿੰਗ ਪੈਸੇਜ ਵਿੱਚ ਇਨਫੋਰਮੇਸ਼ਨ ਹੈਗੀ ਆ, ਯੂ ਆਰ ਜਸਟ ਸਪੋਜ਼ ਟੂ ਐਕਸਟ੍ਰੈਕਟ ਦ ਆਨਸਰਸ ਆਊਟ ਆਫ ਇਟ ਐਂਡ ਉਹ ਤੁਸੀਂ ਲਿਖਣੇ ਆ। ਨਾਓ ਦੈਟ ਮੇਕਸ ਇਟ ਰਿਸੈਪਟਿਵ ਕਿ ਤੁਸੀਂ ਆਪਣਾ ਜਿਹੜਾ ਤੁਹਾਡਾ ਬਕਟ ਫੁੱਲ ਆਫ ਨੌਲੇਜ ਹੈ ਉਹਨੂੰ ਨਹੀਂ ਯੂਜ਼ ਕਰਨਾ, ਬਟ ਜੋ ਤੁਹਾਨੂੰ ਉੱਥੇ ਨੌਲੇਜ ਪ੍ਰੋਵਾਈਡ ਕੀਤੀ ਗਈ ਹੈ through some kind of recordings in sense of listening and ਤੁਹਾਡੇ ਰੀਡਿੰਗ ਦੇ ਜਿਹੜੇ ਪੈਸੇजेस ਹੈ through them, ਤੁਸੀਂ ਉਹਨਾਂ ਵਿੱਚੋਂ ਆਪਣੇ ਆਨਸਰਸ ਕੱਢ ਕੇ ਪ੍ਰੋਸੈਸ ਕਰਕੇ then you're supposed to write them, so that makes it actually receptive kind of paper। ਠੀਕ ਹੈ, all right, finally ਇਸ ਚੀਜ਼ ਨੂੰ ਥੋੜਾ ਜਿਹਾ ਬੱਚਾ ਧਿਆਨ ਨਾਲ ਦੇਖੋ, this is very important। IELTS academic and journal, ਜਿਵੇਂ ਮੈਂ ਪਹਿਲਾਂ ਹੀ ਕਿਹਾ, ਜਿਹੜੀ ਤੁਹਾਡੀ ਲਿਸਨਿੰਗ ਹੈ that is same। ਠੀਕ ਹੈ ਜੀ, ਇਹ ਲਿਸਨਿੰਗ ਦਾ ਪੇਪਰ ਪਹਿਲਾਂ ਜਾਂਦੇ ਹੀ ਤੁਹਾਡਾ ਲਿਸਨਿੰਗ ਦਾ ਪੇਪਰ ਹੋਣਾ, 30 ਮਿੰਟ ਦੀ ਲਿਸਨਿੰਗ ਆਉਂਦੀ ਹੈ, 4 ਰਿਕਾਰਡਿੰਗਸ ਹੁੰਦੀਆਂ ਨੇ, ਮੋਨੋਲੌਗਸ ਹੁੰਦੇ ਨੇ, ਕਨਵਰਸੇਸ਼ਨਸ ਹੁੰਦੇ ਨੇ। ਠੀਕ ਹੈ, ਦੈਨ ਉਸ ਤੋਂ ਬਾਅਦ ਤੁਹਾਡਾ ਰੀਡਿੰਗ ਪੈਸੇਜ ਹੈ। ਰੀਡਿੰਗ ਪੈਸੇਜ 3 ਆਉਂਦੇ ਨੇ ਦੋਨੋਂ ਪੇਪਰਸ ਦੇ ਵਿੱਚ। ਪੈਸੇਜ 3 ਆਫ ਬੋਥ ਦਾ ਪੇਪਰਸ ਆਰ ਸੇਮ, ਬਟ ਜਿਹੜਾ ਤੁਹਾਡਾ ਜਰਨਲ ਦਾ ਪੈਸੇਜ 1 and 2 ਹੁੰਦਾ ਆ ਉਹ ਡਿਫਰੈਂਟ ਹੁੰਦੇ ਨੇ। ਠੀਕ ਹੈ, ਉਹਨਾਂ ਵਿੱਚ ਥਰੋਅਰਸ, ਬ੍ਰੋਸ਼ਰਸ ਜਾਂ ਕੋਈ ਵੀ ਨਿਊਜ਼ਪੇਪਰ ਤੋਂ ਕੋਈ ਇੰਸਟਰਕਸ਼ਨਸ ਹੋਈਆਂ ਜਾਂ ਕੁਛ ਵੀ ਹੋਇਆ, they just give you those instructions and you are supposed to answer from them। ਸੋ ਇੱਕ ਤਾਂ ਇਹ ਹੋ ਗਿਆ। ਜਿਹੜਾ ਤੁਹਾਡਾ ਰਾਈਟਿੰਗ ਹੈ, ਰਾਈਟਿੰਗ ਦੇ ਵਿੱਚ ਜਿਹੜਾ ਅਕੈਡਮਿਕ ਹੈ ਉਹਦੇ ਵਿੱਚ ਰਾਈਟਿੰਗ ਟਾਸਕ 1 ਐਂਡ ਜਰਨਲ ਦਾ ਰਾਈਟਿੰਗ ਟਾਸਕ 1 ਇਹ ਡਿਫਰੈਂਟ ਹੁੰਦਾ ਆ, ਰਾਈਟਿੰਗ ਟਾਸਕ 2 ਦੋਵਾਂ ਦੇ ਸੇਮ ਹੁੰਦੇ ਆ। ਯੂ ਆਰ ਸਪੋਜ਼ ਟੂ ਰਾਈਟ ਦ ਐਸੇ, ਦੈਟਸ ਇਟ। 150 word is the word limit for the task 1 and 250 is the word limit for the task 2। ठीक है, end which just then comes your speaking। speaking same hundi hai, it is same for both the papers, mind you, same hundi hai। speaking ਦੇ ਵਿੱਚ ਕੀ ਹੈ? speaking ਵਿੱਚ basically ਤੁਹਾਨੂੰ ਇੱਕ IELTS certified trainer ਦੇ ਸਾਹਮਣੇ ਬਿਠਾ ਦਿੱਤਾ ਜਾਂਦਾ, ਜੋ ਕਿ ਤੁਹਾਡੀ ਇੱਕ 1-to-1 ਇੰਟਰਵਿਊ ਲੈਂਦਾ ਆ। 3 ਪਾਰਟਸ ਵਿੱਚ ਉਹਨਾਂ ਨੇ ਡਿਵਾਈਡ ਕੀਤੀ ਹੋਈ ਹੈ ਸਪੀਕਿੰਗ ਨੂੰ। ਦੈਟ ਮੀਨਸ ਕਿ ਜਿਹੜਾ ਪਾਰਟ 1 ਹੈ ਦੈਟ ਇਜ਼ ਅਬਾਊਟ ਦ ਇੰਟਰੋਡਕਟਰੀ ਸਟਫ, ਜਿਹਦੇ ਵਿੱਚ ਤੁਹਾਨੂੰ ਬੰਦਾ ਹੀ ਜਸਟ ਆਸਕ ਯੂ ਅਬਾਊਟ ਕਿ ਤੁਸੀਂ ਕਿਸ ਪਿੰਡ ਤੋਂ ਆਏ ਹੋ ਜਾਂ ਕਿਸ ਸ਼ਹਿਰ ਤੋਂ ਆਏ ਹੋ, ਵਟ ਡੂ ਯੂ ਡੂ। ਸੋ ਜਿੰਨੇ ਵੀ ਤੁਹਾਡੇ ਫੈਮਿਲੀ ਨਾਲ ਰਿਲੇਟਡ ਤੁਹਾਡੇ ਕੁਐਸਚਨਸ ਨੇ, ਦੋਜ਼ ਆਰ ਬੀਇੰਗ ਆਸਕਡ ਇਨ ਦਿਸ ਕਾਈਂਡ ਆਫ ਥਿੰਗ। ਫਿਰ ਉਸ ਤੋਂ ਬਾਅਦ ਤੁਹਾਡਾ ਸੈਕਿੰਡ ਜਿਹੜਾ ਇੱਕ ਸ਼ੁਰੂ ਹੁੰਦਾ ਹੈ, ਸੈਕਿੰਡ ਸਟੇਜ ਜਾਂ ਸੈਕਿੰਡ ਪਾਰਟ, ਦੈਟ ਇਜ਼ ਕਾਲਡ ਦ ਕਿਊ ਕਾਰਡ। ਤੁਹਾਨੂੰ ਇੱਕ ਕਿਊ ਕਾਰਡ ਦਿੱਤਾ ਜਾਂਦਾ, ਫॉर एग्जांपल ਡਿਸਕ੍ਰਾਈਬ ਯੂਰ ਫੇਵਰੇਟ ਹੌਲੀਡੇ ਡੈਸਟੀਨੇਸ਼ਨ ਜਾਂ ਡਿਸਕ੍ਰਾਈਬ ਯੂਰ ਫੇਵਰੇਟ ਪਰਸਨ ਦੈਟ ਯੂ ਵਾਂਟ ਟੂ ਮੀਟ। ਸੋ ਇੱਦਾਂ ਦੇ, ਸੋ ਤੁਸੀਂ ਉਹਦੇ ਲਈ 1 ਤੋਂ 2 ਮਿੰਟ ਬੋਲਣਾ ਹੁੰਦਾ ਆ। ਠੀਕ ਹੈ, ਐਂਡ ਉਹਦੇ ਵਿੱਚ ਤੁਹਾਨੂੰ ਇੰਟਰਪਟ ਨਹੀਂ ਕੀਤਾ ਜਾਂਦਾ। ਐਂਡ ਐਂਡ ਵਿੱਚ ਤੁਹਾਡਾ ਥਰਡ ਪਾਰਟ ਆਉਂਦਾ, ਜਿਹਦੇ ਵਿੱਚ ਯੂ ਆਰ ਸਪੋਜ਼ ਟੂ ਆਨਸਰ ਕੁਛ ਫੋਲੋਅਪਸ ਹੁੰਦੇ ਨੇ, ਜਿਹੜੇ ਕਿ ਸੈਕਿੰਡ ਤੁਹਾਡਾ ਜਿਹੜਾ ਪਾਰਟ ਸੀਗਾ ਤੁਹਾਡੀ ਕਿਊ ਕਾਰਡ 'ਤੇ ਬੇਸਡ ਹੁੰਦੇ ਨੇ। ਸੋ ਬੇਸਿਕਲੀ ਕਹਿਣ ਦਾ ਮੋਟਿਵ ਕੀ ਆ? ਦੇ ਆਰ ਜਸਟ ਅਸੈਸਿੰਗ ਯੂਰ ਸੈਂਸ ਆਫ ਨੌਲੇਜ ਇਸ ਪੇਪਰ ਦੇ ਵਿੱਚ, ਜੋ ਕਿ ਉਹਨਾਂ ਨੇ ਰਾਈਟਿੰਗ ਦੇ ਵਿੱਚ ਵੀ ਕੀਤੀ ਹੈ। ਠੀਕ ਹੈ, ਸੋ ਆਈ ਹੋਪ there will be some kind of clarity ਜੋ ਇਸ ਵੀਡੀਓ ਦੇਖਣ ਤੋਂ ਬਾਅਦ। ਉਮੀਦ ਹੈ ਤੁਹਾਨੂੰ ਥੋੜੀ ਚੰਗੀ ਲੱਗੀ ਹੋਏਗੀ। ਅਗਰ ਚੰਗੀ ਲੱਗੀ ਹੈ ਤਾਂ ਡੂ ਸਬਸਕ੍ਰਾਈਬ ਅਸ ਐਂਡ ਸ਼ੇਅਰ ਵਿਦ ਯੂਰ ਫਰੈਂਡਸ। ਐਂਡ the main motive is ਕਿ ਜਿੰਨਾ ਵੀ ਜਿੰਨੀ ਵੀ ਅਵੇਅਰਨੈਸ ਕ੍ਰੀਏਟ ਕਰ ਸਕੇ, that is good for each and everybody, so that everybody can have this paper and ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕੇ।
ਥੈਂਕ ਯੂ।